वाहिगुरू जी का खालसा वाहिगुरू जी की फतेह। अज असीं पहुंचे हैं गुरुद्वारा जफरनामा साहिब, तुहानूं दर्शन कराउने आ, आ जाओ। आओ साथियों एक नज़र मारिए गुरुद्वारे के इतिहास पर। श्री गुरु गोबिंद सिंह जी 10वें पातशाह महाराज जी इस स्थान जगह ते विराजे सन। 1704 ईस्वी विच सिक्खां दी बेनती करन ते गुरु जी ने औरंगजेब नूं जफरनामा साहिब लिखिया अते कलम दी ताकत नाल औरंगजेब नूं हराया। बहुत ही ज़्यादा खूबसूरत इमारत जफरनामा गुरुद्वारा साहिब दी कार सेवा वाले बाबा हरवंश सिंह जी दिल्ली वाले द्वारा तैयार की गई है। इस पवित्र स्थान से श्री गुरु गोबिंद सिंह जी ने आनंदपुर साहिब तो बाद इत्थे अमृत का वाटा तैयार किया ते संगत नूं छकाया। उस तो बाद हर मस्या के दिहाड़े नूं इत्थे अमृत का वाटा तैयार किया जाता ते संगत नूं अमृत छकाया जाता है। सिक्खी सिदक है जानो प्यारा, ना तू सूबिया कहीं दोबारा। सिक्खी सिदक है जानो प्यारा, ना तू सूबिया कहीं दोबारा। मरना है कबूल सानू मन साडा सिक्खी दा हीरा। आ वाहिगुरू बोल वीरा तू, आ वाहिगुरू बोल वीरा। आ वाहिगुरू बोल वीरा तू, आ वाहिगुरू बोल वीरा। That's Dizzy Music. असी कहर नहीं कमजोर नहीं, साडे उत्ते किसे दा जोर नहीं। असी कहर नहीं कमजोर नहीं, साडे उत्ते किसे दा जोर नहीं। दीवारां दे विच चिणदे भावें बिन दे नाल कोई तीरां, बिन दे नाल कोई तीरां। आ वाहिगुरू बोल वीरा तू, आ वाहिगुरू बोल वीरा। आ वाहिगुरू बोल वीरा तू, आ वाहिगुरू बोल वीरा। असी रह जाइए भावें मर जाइए, ना सूबे अगे झुकना होए। जो जगदा दीपे अणखां दा, ओ मरदे दम तक दुखना होए। जो जगदा दीपे अणखां दा, ओ मरदे दम तक दुखना होए। हुण असीं गुरुद्वारा मंजी साहिब दे बिल्कुल सामने खड़े हाँ। इस जगह ते श्री गुरु हरगोबिंद सिंह जी मीरी पीरी दे मालक विराजे सन अपने 3000 घोड़सवार योद्धियां नाल। ਤੁਹਾਨੂੰ दर्शन कराइए पवित्र जंड साहिब दे, जिस नाल गुरु हरगोबिंद साहिब जी ने घोड़े बन्ने सन। गुरुद्वारा जफरनामा साहिब ते गुरुद्वारा मंजी साहिब के इतिहास नूं होर डंगाई नाल जानते हैं जथेदार बाबा लाभ सिंह जी कोल। आओ चलिए बाबा जी कोल।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਸੰਗਤਾਂ ਦੇ ਚਰਨਾਂ ਵਿੱਚ ਦਾਸ ਬਾਬਾ ਲਾਲ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਵਰਦਾਨ ਸਾਹਿਬ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ, ਗੁਰਦੁਆਰਾ ਸ਼੍ਰੀ ਦਰਬਾਰ ਜਫਰਨਾਮਾ ਸਾਹਿਬ ਪਾਤਸ਼ਾਹੀ 10ਵੀਂ, ਪਿੰਡ ਦਿਆਲਪੁਰਾ ਭਾਈਕਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ। ਇਸ ਪਾਵਨ ਸਥਾਨ ਦੀ ਸੰਗਤਾਂ ਤਾਈਂ ਜਾਣਕਾਰੀ ਪਹੁੰਚਾਉਣ ਵਾਸਤੇ ਗੁਰੂ ਦੀ ਕਿਰਪਾ ਨਾਲ ਨਿਮਾਣਾ ਦਾ ਯਤਨ ਕਰਨ ਲੱਗੇ ਹਾਂ। ਸੋ ਇਹ ਜ਼ਿਲ੍ਹਾ ਬਠਿੰਡਾ ਦਾ ਦਿਆਲਪੁਰਾ ਭਾਈਕਾ ਪਿੰਡ ਬਾਬਾ ਦਿਆਲ ਸਿੰਘ ਜੀ ਜੋ ਭਾਈ ਰੂਪ ਚੰਦ ਜੀ ਦੇ ਪੋਤਰੇ ਭਾਈ ਰੂਪ ਚੰਦ ਜੀ ਦੀ ਵੰਸ਼ ਵਿੱਚੋਂ, ਜਿਨ੍ਹਾਂ ਦੇ ਨਾਂ ਤੇ ਭਾਈ ਰੂਪਾ ਨਗਰ ਵਸਿਆ ਹੋਇਆ, ਭਾਈ ਰੂਪ ਚੰਦ ਜੀ ਦੇ ਪੋਤਰੇ ਬਾਬਾ ਦਿਆਲ ਸਿੰਘ ਜੀ, ਉਹਨਾਂ ਦਾ ਇਹ ਵਸਾਇਆ ਹੋਇਆ ਪਿੰਡ ਉਹਨਾਂ ਦੇ ਨਾਂ ਤੇ ਹੀ ਹੈ, ਦਿਆਲਪੁਰਾ ਭਾਈਕਾ। ਸੋ ਇਸ ਦਿਆਲਪੁਰੇ ਭਾਈਕੇ ਦੀ ਧਰਤੀ ਦੇ ਉੱਤੇ ਛੇਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਦਸਮ ਪਾਤਸ਼ਾਹ, ਦੋਵਾਂ ਗੁਰੂ ਸਾਹਿਬਾਨਾਂ ਨੇ ਕਾਂਗੜ ਦੇ ਸਰਦਾਰ ਰਾਏ ਜੋਧ, ਉਹਨਾਂ ਦੇ ਸੱਦੇ ਪੱਤਰ ਤੇ ਗੁਰੂ ਸਾਹਿਬ ਜੀ ਨੇ ਇੱਥੇ ਆ ਕੇ ਚਰਨ ਪਾਏ। ਛੇਵੇਂ ਪਾਤਸ਼ਾਹ ਜਦ ਮਾਲਵੇ ਦੇ ਵਿੱਚ ਪ੍ਰਚਾਰ ਦੇ ਦੌਰੇ ਤੇ ਨਿਕਲੇ ਤਾਂ ਸਰਦਾਰ ਰਾਏ ਜੋਧ ਦਾ ਪ੍ਰੇਮ ਵੇਖ ਕੇ ਉਹ ਇਸ ਸਥਾਨ ਤੇ ਸਤਿਗੁਰੂ ਜੀ ਨੇ ਆ ਕੇ ਪੜਾਅ ਕੀਤਾ। 3000 ਸਿੱਖ ਸੈਨਾ ਮਹਾਰਾਜ ਦੇ ਨਾਲ ਲੰਮਾ ਸਮਾਂ, ਤਕਰੀਬਨ 8.5 ਮਹੀਨੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਤੇ ਆ ਕੇ ਚਰਨ ਪਾਏ ਤੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਇੱਥੇ ਹੀ ਬਾਬਾ ਬਿਧੀ ਚੰਦ ਜੀ ਨੇ ਗੁਲਬਾਗ ਤੇ ਦਿਲਬਾਗ ਨਾਮ ਦੇ ਘੋੜੇ ਜੋ ਸੰਗਤਾਂ ਤੋਂ ਮੁਗਲ ਹਕੂਮਤ ਨੇ ਖੋਹ ਲਏ ਸਨ ਲਾਹੌਰ ਦੇ ਮੁਕਾਮ ਤੇ, ਉਹ ਸੰਗਤਾਂ ਤੋਂ ਖੋਹੇ ਹੋਏ ਘੋੜੇ ਵੀ ਬਾਬਾ ਬਿਧੀ ਚੰਦ ਜੀ ਨੇ ਗੁਰੂ ਘਰ ਦੀ ਇਮਾਨਤ ਲਿਆ ਕੇ ਇੱਥੇ ਹੀ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤੇ। ਉਹਨਾਂ ਤੋਂ ਬਾਅਦ ਸਰਦਾਰ ਰਾਏ ਜੋਧ ਦੇ ਪੋਤਰੇ ਤਖਤਮਲ, ਲਖਮੀਰ, ਸ਼ਮੀਰ, ਤਿੰਨੇ ਭਰਾ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਕੇ ਮਧੇ ਪਿੰਡ ਤੋਂ ਸੰਗਤਾਂ ਸਹਿਤ ਬੇਨਤੀ ਕਰਕੇ ਕਿ ਸਾਡੇ ਦਾਦਾ ਜੀ ਦਾ, ਰਾਏ ਜੋਧ ਜੀ ਦਾ, ਤੁਹਾਡੇ ਦਾਦਾ ਜੀ ਦੇ ਨਾਲ ਬਹੁਤ ਪ੍ਰੇਮ ਸੀ, ਤੁਹਾਡੇ ਦਾਦਾ ਜੀ ਵੀ ਸਾਡੇ ਘਰ ਆ ਕੇ ਉਹਨਾਂ ਨੇ ਚਰਨ ਪਾਏ। ਹੁਣ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਆ ਕੇ ਸਾਡੇ ਘਰ ਚਰਨ ਪਾਓ। ਛੇਵੇਂ ਪਾਤਸ਼ਾਹ ਜੀ ਦਾ ਆਉਣਾ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਤਿੰਨਾਂ ਭਰਾਵਾਂ ਦੀ ਬੇਨਤੀ ਤੇ ਕਾਂਗੜ ਵਿਖੇ ਇਸ ਸਥਾਨ ਤੇ ਆਉਣ ਵਾਸਤੇ ਤਿਆਰ ਹੋ ਗਏ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਲੰਮਾ ਸਮਾਂ ਇਸ ਸਥਾਨ ਤੇ ਬਿਰਾਜ ਕੇ ਜਫਰਨਾਮਾ ਸਾਹਿਬ ਲਿਖਣਾ ਕੀਤਾ। ਸੋ ਇਹ ਜਿਹੜਾ ਸੰਗਤਾਂ ਦੀ ਜਾਣਕਾਰੀ ਵਾਸਤੇ ਬੇਨਤੀ ਕੀਤੀ ਜਾ ਰਹੀ ਹੈ
ਜ਼ਿਆਦਾਤਰ ਸੰਗਤਾਂ ਜਿਹੜੀਆਂ ਉਹ ਦੀਨੇ ਕਾਂਗੜ ਤੋਂ ਭੁਲੇਖਾ ਖਾ ਜਾਂਦੀਆਂ, ਪਰ ਇਸ ਸਥਾਨ ਤੇ ਜਦ ਗੁਰੂ ਗੋਬਿੰਦ ਸਿੰਘ ਜੀ ਆਏ ਉਦੋਂ ਦਿਆਲਪੁਰਾ ਆਬਾਦ ਨਹੀਂ ਸੀ। ਉਸ ਟਾਈਮ ਤੇ ਉਸ ਸਮੇਂ ਤੇ ਇਹ ਧਰਤੀ ਜਿਹੜੀ ਸੀ ਦੀਨੇ ਕਾਂਗੜ ਦੀ ਮਸ਼ਹੂਰ ਸੀ, ਇਸ ਕਰਕੇ ਇਤਿਹਾਸ ਵਿੱਚ ਦੀਨਾ ਕਾਂਗੜ ਮਸ਼ਹੂਰ ਹੋਇਆ। ਦਿਆਲਪੁਰਾ ਜਿਹੜਾ ਪਿੰਡ ਸੀ ਬਾਅਦ ਦੇ ਵਿੱਚ ਆਬਾਦ ਹੋਇਆ। ਤਾਂ ਇਸ ਅਸਥਾਨ ਬਾਰੇ ਸੰਗਤਾਂ ਨੂੰ ਜਾਣਕਾਰੀ ਬਹੁਤ ਘੱਟ ਹੈ। ਤੋ ਇਸ ਗੱਲ ਨੂੰ ਮਹਿਸੂਸ ਕਰਦਿਆਂ ਹੋਇਆ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਹੋਵੇ। ਇੱਥੋਂ ਦੇ ਨੌਜਵਾਨ ਵੀਰਾਂ ਨੇ ਉਪਰਾਲਾ ਕੀਤਾ ਕਿ ਇਤਿਹਾਸਕ ਨਗਰ ਦਾ ਸੰਗਤਾਂ ਨੂੰ ਵੱਧ ਤੋਂ ਵੱਧ ਪਤਾ ਲੱਗੇ। ਸੋ ਇਸ ਤਰ੍ਹਾਂ ਇਸ ਸਥਾਨ ਤੇ ਸਤਿਗੁਰੂ ਜੀ ਦਾ ਲੰਮਾ ਸਮਾਂ ਰਹਿਣਾ, ਇੱਥੇ ਕੀ ਕੌਤਕ ਕੀਤੇ ਸਤਿਗੁਰਾਂ ਨੇ, ਸੰਗਤਾਂ ਦੇ ਨਾਲ ਸਤਿਗੁਰੂ ਜੀ ਨੇ ਕੀ ਬਚਨ ਕੀਤੇ, ਔਰ ਕਿੰਨਾ ਸੇਵਕਾਂ ਨੇ ਸਤਿਗੁਰੂ ਜੀ ਦੀ ਸੰਗਤ ਕਰਕੇ, ਸੇਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਹ ਸਾਰਾ ਇਤਿਹਾਸ ਇੱਥੋਂ ਦੇ ਨੌਜਵਾਨ ਵੀਰ ਜਿਹੜੇ ਨੇ ਉਹ ਉਪਰਾਲਾ ਕਰਕੇ ਸਾਰੀਆਂ ਸੰਗਤਾਂ ਨੂੰ ਦੱਸਣ ਦਾ ਯਤਨ ਕਰ ਰਹੇ ਹਨ। ਸੋ ਦਾਸ ਇੱਥੋਂ ਦਾ ਮੁੱਖ ਸੇਵਾਦਾਰ ਹੋਣ ਕਰਕੇ 26/3/2003 ਤੋਂ ਇੱਥੋਂ ਦਾ ਮੁੱਖ ਸੇਵਾਦਾਰ ਹੈ। ਇਹੀ ਦਾਸ ਦਾ ਨਗਰ ਹੈ, ਇੱਥੋਂ ਦਾ ਹੀ ਮੈਂ ਜੰਮਪਲ ਹਾਂ। ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ ਦੇ ਵਿੱਚ ਭਰਤੀ ਹਾਂ। ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ 96 ਕਰੋੜੀ ਜੀ ਤੋਂ ਗੁਰਬਾਣੀ ਦੀ ਸਿੱਖਿਆ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗੁਰੂ ਗ੍ਰੰਥ ਸਾਹਿਬ ਜੀ, ਸਰਬਲੋਕ ਗੁਰੂ ਗ੍ਰੰਥ ਸਾਹਿਬ ਜੀ ਅਤੇ ਇਤਿਹਾਸ ਬਾਰੇ ਉਹਨਾਂ ਦੀ ਸੰਗਤ ਕਰਕੇ ਹੀ ਜਿੰਨੀ ਕੁ ਦਾਸ ਨੂੰ ਜਾਣਕਾਰੀ ਪ੍ਰਾਪਤ ਹੈ, ਸੰਗਤਾਂ ਨੂੰ ਦੱਸਣ ਦਾ ਯਤਨ ਕਰਾਂਗੇ। ਸੋ ਮੈਂ ਸ਼ਲਾਘਾ ਕਰਦਾ ਇਹਨਾਂ ਨੌਜਵਾਨ ਵੀਰਾਂ ਦੀ ਕਿ ਇਹ ਬਹੁਤ ਚੰਗਾ ਉਪਰਾਲਾ ਕਰ ਰਹੇ ਨੇ, ਕਿਉਂਕਿ ਸਾਡੇ ਇਤਿਹਾਸ ਤੋਂ ਜਾਣਕਾਰੂ ਹੋਣਾ ਹੀ ਸਾਡੀ ਜ਼ਿੰਦਗੀ ਦਾ ਨਾਂ ਹੈ। ਜੋ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਖਤਮ ਹੋ ਜਾਂਦੀਆਂ। ਸਿੱਖ ਕੌਮ ਸਤਿਗੁਰੂ ਜੀ ਨੇ ਐਸੀ ਕੌਮ ਸਾਜੀ ਹੈ, ਇਹ ਖਤਮ ਤਾਂ ਨਹੀਂ ਹੋਣ ਵਾਲੀ, ਪਰ ਸਾਨੂੰ ਇਸ ਗੱਲ ਦੀ ਹੁਣ ਚਿੰਤਾ ਵੀ ਹੈ ਕਿ ਸਾਡੇ ਬਹੁਤਾ ਨੌਜਵਾਨ ਵਰਗ ਜਿਹੜਾ ਹੈ ਉਹ ਸ਼ਾਇਦ ਇਤਿਹਾਸ ਤੋਂ ਨਾ ਵਾਕਿਫ ਹੋਵੇ। ਤੋਂ ਅਸੀਂ ਯਤਨ ਕਰ ਰਹੇ ਹਾਂ ਸਾਰੀਆਂ ਸੰਗਤਾਂ ਨੂੰ ਜਾਣਕਾਰੀ ਦੇਣ ਵਾਸਤੇ ਕਿ ਇਸ ਸਥਾਨ ਦਾ ਕੀ ਇਤਿਹਾਸ ਹੈ, ਇਸ ਨਗਰ ਦਾ ਕੀ ਇਤਿਹਾਸ ਹੈ, ਸੰਗਤਾਂ ਵਿੱਚ ਆ ਕੇ ਸਤਿਗੁਰਾਂ ਨੇ ਕਿਵੇਂ ਉਹਨਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ, ਕਿਵੇਂ ਸਤਿਗੁਰਾਂ ਨੇ ਆਪਣੇ ਸੇਵਕਾਂ ਤੇ ਬਖਸ਼ਿਸ਼ਾਂ ਕੀਤੀਆਂ, ਮਿਹਰਾਂ ਕੀਤੀਆਂ, ਔਰ ਸਾਰਾ ਇਹ ਇਤਿਹਾਸ ਦੱਸਣ ਦਾ ਯਤਨ ਕਰ ਰਹੇ ਹਾਂ। ਸੋ ਇਸ ਨੂੰ 3 ਹਿੱਸਿਆਂ ਦੇ ਵਿੱਚ ਦੱਸਣ ਦਾ ਯਤਨ ਕਰਾਂਗੇ। ਸੋ ਅੱਜ ਦੇ ਪਹਿਲੇ ਹਿੱਸੇ ਵਿੱਚ ਇਹੀ ਬੇਨਤੀ ਹੈ ਕਿ ਸੰਗਤਾਂ ਇੱਥੋਂ ਦੇ ਇਤਿਹਾਸ ਬਾਰੇ ਕਿਰਪਾ ਕਰਕੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ, ਤਾਂ ਕਿ ਗੁਰ ਇਤਿਹਾਸ ਦਾ ਸਾਨੂੰ ਪਤਾ ਲੱਗ ਸਕੇ। ਗੁਰ ਇਤਿਹਾਸ ਦੇ ਪਤਾ ਲੱਗਣ ਕਰਕੇ ਹੀ ਸਾਡਾ ਗੁਰੂ ਘਰ ਦੇ ਨਾਲ ਸੰਬੰਧ ਗਹਿਰਾ ਹੋਵੇਗਾ, ਗੂੜਾ ਹੋਵੇਗਾ। ਸਾਨੂੰ ਪਤਾ ਲੱਗੇਗਾ ਕਿ ਸਾਡੇ ਗੁਰੂ ਸਾਹਿਬਾਂ ਨੇ ਕਿਵੇਂ ਇਸ ਸਥਾਨ ਤੇ ਆ ਕੇ ਬਾਬਾ ਬਿਧੀ ਚੰਦ ਜੀ ਨੂੰ ਬਖਸ਼ਿਸ਼ਾਂ ਕੀਤੀਆਂ, ਉਹਨਾਂ ਨੂੰ ਗੁਰੂ ਕਾ ਸੀਨਾ ਕਹਿ ਕੇ ਵਡਿਆਈ ਦਿੱਤੀ।
ਸੰਗਤਾਂ ਨੂੰ ਵੀ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਇਸੇ ਤਰ੍ਹਾਂ ਹੀ ਦਸਮ ਪਾਤਸ਼ਾਹ ਜੀ ਨੇ ਅਨੰਦਪੁਰ ਦੇ ਕਿਲ੍ਹੇ ਛੱਡ ਕੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਣ ਤੋਂ ਬਾਅਦ, ਅਨੇਕਾਂ ਸਿੰਘ ਸ਼ਹੀਦ ਹੋਣ ਤੋਂ ਬਾਅਦ, ਗੁਰੂ ਘਰ ਦਾ ਬਹੁਤ ਸਾਰਾ ਸਾਹਿਤ ਜਿਹੜਾ ਸੀ ਸਰਸਾ ਨਦੀ ਦੇ ਵਿੱਚ ਰੁੜ ਜਾਣ ਤੋਂ ਬਾਅਦ ਭਿਆਨਕ ਸਮੇਂ ਦੇ ਵਿੱਚ ਆ ਕੇ, ਸੰਕਟ ਵਾਲੇ ਸਮੇਂ ਦੇ ਵਿੱਚ ਆ ਕੇ ਸਤਿਗੁਰਾਂ ਨੇ ਇਸ ਸਥਾਨ ਤੇ ਆ ਕੇ ਬਿਰਾਜਣਾ ਕੀਤਾ। ਇੱਥੋਂ ਹੀ ਗੁਰੂ ਸਾਹਿਬ ਜੀ ਦੇ ਚੌਰ ਬਰਦਾਰ ਭਾਈ ਮਾਨ ਸਿੰਘ ਜੀ, ਪੰਜਾਂ ਪਿਆਰਿਆਂ ਦੇ ਵਿੱਚੋਂ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਉਹਨਾਂ ਦੀ ਬੇਨਤੀ ਕਰਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਨਾਮ ਦਾ ਪੱਤਰ ਜਿਹੜਾ ਸੀ ਉਹ ਲਿਖਣਾ ਕੀਤਾ। ਉਹ ਲਿਖਣ ਦਾ ਕੀ ਕਾਰਨ ਬਣਿਆ, ਸਤਿਗੁਰਾਂ ਨੇ ਆਪਣੇ ਪਿਆਰੇ ਸਿੱਖਾਂ ਦੀ ਬੇਨਤੀ ਮੰਨ ਕੇ ਕਿਵੇਂ ਲਿਖਿਆ, ਕਿਹੜੀ ਭਾਸ਼ਾ 'ਚ ਲਿਖਿਆ, ਕਦੋਂ ਲਿਖਿਆ, ਕਿੰਨਾ ਲਿਖਿਆ ਤੇ ਔਰੰਗਜ਼ੇਬ ਦੇ ਤੱਕ ਪਹੁੰਚਾਇਆ। ਉਸ ਤੋਂ ਬਾਅਦ ਔਰੰਗਜ਼ੇਬ ਜਿਹੜਾ ਸੀ ਆਪਣੇ ਝੂਠਾਂ ਨੂੰ ਯਾਦ ਕਰਦਾ ਹੋਇਆ, ਆਪਣੇ ਗੁਨਾਹਾਂ ਨੂੰ ਯਾਦ ਕਰਦਾ ਹੋਇਆ ਸ਼ਰਮਿੰਦਾ ਹੋ ਕੇ ਇਸ ਸੰਸਾਰ ਤੋਂ ਕੂਚ ਕਰ ਗਿਆ। ਸੋ ਮੈਂ ਬੇਨਤੀ ਕਰੂੰਗਾ ਸਾਰੀਆਂ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਦੇ ਰਹਿਣਾ ਜੀ, ਅਤੇ ਇਸ ਸਥਾਨ ਦੇ ਦਰਸ਼ਨ ਦਿਦਾਰੇ ਵੀ ਸੰਗਤਾਂ ਨੇ ਕਰਨੇ। ਤੋ ਅਗਲਾ ਜਿਹੜਾ ਸਾਰਾ ਪ੍ਰਸੰਗ ਹੈ ਗੁਰੂ ਘਰ ਦੇ ਇਤਿਹਾਸ ਦਾ, ਉਹ ਬਹੁਤ ਸੰਖੇਪ ਰੱਖ ਕੇ 3 ਹਿੱਸਿਆਂ ਦੇ ਵਿੱਚ ਸੰਗਤਾਂ ਦੇ ਜਾਣਕਾਰੀ ਹਿੱਤ ਹਾਜ਼ਰ ਕੀਤਾ ਜਾਵੇਗਾ। ਸੋ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਦੀ ਕਿਰਪਾ ਕਰਨੀ ਜੀ। ਦਾਸ ਨੂੰ ਵੀ ਨਵਾਜਣਾ ਤੇ ਕਿਰਪਾ ਕਰਕੇ ਸਾਰਿਆਂ ਨੇ ਵੱਧ ਤੋਂ ਵੱਧ ਇਸ ਮੀਡੀਏ ਰਾਹੀਂ ਸਾਰਿਆਂ ਨੇ ਜਾਣਕਾਰੀ ਹਾਸਲ ਕਰਨੀ ਜੀ। ਅੱਜ ਇੰਨਾ ਹੀ, ਅੱਗੇ ਬਾਅਦ ਦੇ ਵਿੱਚ ਸੰਗਤਾਂ ਨੂੰ ਬੇਨਤੀ ਕੀਤੀ ਜਾਵੇਗੀ। ਸਾਰਿਆਂ ਸੰਗਤਾਂ ਦਾ, ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਮੰਜੀ ਸਾਹਿਬ ਤੇ ਗੁਰਦੁਆਰਾ ਜ਼ਫਰਨਾਮਾ ਸਾਹਿਬ ਦੇ ਇਤਿਹਾਸ ਨੂੰ ਹੋਰ ਡੂੰਘਾਈ ਨਾਲ ਜਾਣਾਂਗੇ ਬਾਬਾ ਜੀ ਕੋਲੋਂ, ਇਤਿਹਾਸ ਦੇ ਹਵਾਲਿਆਂ ਨਾਲ, ਤੇ ਭੋਰਾ ਸਾਹਿਬ ਦੇ ਇਤਿਹਾਸ ਨੂੰ ਵੀ ਜਾਣਾਂਗੇ ਬਾਬਾ ਜੀ ਕੋਲੋਂ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤਦ ਤੱਕ ਦੇ ਲਈ ਰੱਬ ਰਾਖਾ। ਵੇਖਦੇ ਰਹੋ ਜਿੰਦਾ ਦਿਲ ਜ਼ਿੰਦਗੀ ਫਿਲਮਸ। ਬਾਏ ਸਾਰਿਆਂ ਨੂੰ।